जिंदाबाद जाबरी जमीना नहीं खोण देंगे नहीं खोण देंगे नहीं खोण देंगे। ਸਰਦਾਰ ਜੀ ਕਿਵੇਂ ਦਾ ਮਸਲਾ ਤੁਸੀਂ ਪਹੁੰਚੇ ਹੋ ਅੱਜ ਬਾਰਿਸ਼ ਦੇ ਵਿੱਚ ਝੰਡੇ ਗੱਡ ਤੇ ਤੁਸੀਂ ਇੱਥੇ ਹੁਣ ਉਹ ਸਾਡਾ 74 ਲੱਖ ਰੁਪਏ ਦੇ ਅਵਾਰਡ ਨੂੰ ਨਾ ਮਨਜ਼ੂਰ ਕਰਕੇ ਸਾਨੂੰ ਮਜਬੂਰ ਕਰ ਰਹੇ ਨੇ ਵੀ ਅਸੀਂ ਜੋ ਪੁਰਾਣਾ ਉਹਨਾਂ ਨੇ ਸਾਡੇ ਨਾਲ ਧੱਕੇਸ਼ਾਹੀ ਕਰੀ ਸੀ 19,80,000 ਦੇ ਅਵਾਰਡ ਦੇ ਹਿਸਾਬ ਨਾਲ ਅਸੀਂ ਪੇਮੈਂਟ ਚੱਕੀਏ, ਜੋ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ। ਇਸ ਧੱਕੇਸ਼ਾਹੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ। ਪਰ ਇੱਕ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਜਦੋਂ ਤੁਹਾਡੀ ਸਹਿਮਤੀ ਬਣੀ ਧਰਨਾ ਪ੍ਰਦਰਸ਼ਨ ਖਤਮ ਹੋ ਗਿਆ ਜੀ ਸਰਕਾਰ ਨਾਲ, ਕਿਤੇ ਨਾ ਕਿਤੇ ਪੈਸੇ ਪਾਤੇ ਸੀ, ਕਹਿੰਦੇ ਸਾਰੇ ਮਤਲਬ ਕਿਸਾਨਾਂ ਦੇ ਉਹਨਾਂ ਨੇ ਬੈਂਕ ਖਾਤਿਆਂ 'ਚ ਪੈਸੇ ਪਾਤੇ, ਤੁਹਾਨੂੰ ਪਏ ਨਹੀਂ ਹੈਗੇ ਆ ਜਿੱਥੇ ਖੜੇ ਹੋ ਤੁਸੀਂ? ਤੋਂ ਪਹਿਲਾਂ ਤਾਂ ਜਿਹੜਾ ਸਾਡੀ ਜ਼ਮੀਨ ਲਈ ਜਾ ਰਹੀ ਹੈ ਇਹ ਅਸੀਂ ਵੇਚ ਨਹੀਂ ਰਹੇ, ਇਹ ਸਾਡੀ ਧੱਕੇ ਨਾਲ ਲਈ ਜਾ ਰਹੀ ਹੈ, ਮਨਮਰਜ਼ੀ ਨਾਲ ਲਈ ਜਾ ਰਹੀ ਹੈ। ਜੋ ਵੀ ਚੀਜ਼ ਘਰ ਪੋਲਟਰੀ ਫਾਰਮ ਜੋ ਵੀ ਚੀਜ਼ ਉਹਨਾਂ ਨੂੰ ਵਿੱਚ ਆ ਗਈ ਉਹਨਾਂ ਨੇ ਐਕਵਾਇਰ ਕਰ ਲਿਆ। ਪਰ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਗੱਲ ਪਤਾ ਨਹੀਂ ਵੀ ਇੱਕ ਘਰ ਨੂੰ ਢਾਹ ਕੇ ਦੂਜਾ ਘਰ ਬਣਾਉਣ ਨੂੰ ਕਿੰਨਾ ਸਮਾਂ ਲੱਗਦਾ ਹੈ। ਅਸੀਂ ਇਹਨਾਂ ਤੋਂ ਕਦੋਂ ਮੰਗੀਆਂ ਨੇ ਵੀ ਸਾਡੇ ਇੱਥੇ ਵੱਡੀਆਂ ਰੋਡਾਂ ਕੱਢ ਦਿਓ, ਕਿ ਜਿੰਨੀ ਦੇਰ ਇਹਨਾਂ ਕਿਸਾਨਾਂ ਨਾਲ ਸੈਟੀਸਫਾਈ ਨਹੀਂ ਕਰਦੀ ਸਰਕਾਰ ਓਨੀ ਦੇਰ ਜ਼ਮੀਨ 'ਚ ਪੈਰ ਨਹੀਂ ਪਾਉਣ ਦਿੰਦੇ। ਅਸੀਂ ਝੰਡੇ ਗੱਡ ਤੇ ਜਿਹੜੀ ਇਹ ਰੋਡ ਨਿਕਲ ਰਹੀ ਆ ਦਿੱਲੀ ਖੱਟੜਾ ਹਾਈਵੇ, ਇਹ 16 ਫੁੱਟ ਉੱਚੀ ਹੋਣੀ ਆ ਤੇ 4 ਘੰਟਿਆਂ ਦੇ ਵਿੱਚ ਉਹਨਾਂ ਦਾ ਮੈਨੇਜਰ ਦਿੱਲੀ ਤੋਂ ਅੰਮ੍ਰਿਤਸਰ ਵਾਪਸ ਮੁੜਨ ਦੀ ਸਕੀਮ ਆ। ਜੇ ਕਿਸਾਨ ਇਹ ਕਹਿਣ ਵੀ ਯਾਰ ਮੈਂ ਤਾਂ ਇੱਥੇ ਦੀ ਅਸੀਂ ਸੜਕ ਨਿਕਲ ਨਹੀਂ ਦਿੰਦੇ, ਅਸੀਂ ਤਾਂ ਉਸ ਗੱਲ ਦੇ ਕਰਾਂਗੇ। ਮਤ ਭੁੱਲੇ ਭਗਵੰਤ ਮਾਨ ਦੀ ਸਰਕਾਰ ਅੱਜ ਉਹ ਕਹਿੰਦਾ ਵੀ ਮੈਂ ਆਮ ਘਰ ਚੋਂ ਉੱਠ ਕੇ ਮੁੱਖ ਮੰਤਰੀ ਬਣਿਆ, ਮੈਨੂੰ ਪਤਾ ਮੈਂ ਮੋਟਰਾਂ ਚਲਾਉਂਦਾ ਰਿਹਾ, ਮੈਂ ਬਹੁਤ ਪੜਦਾ ਰਿਹਾ, ਮੈਂ ਨਰਮਾ ਚੁਗਦਾ ਰਿਹਾ, ਮੈਂ ਜੈਨ ਡੋਰੀਆਂ ਘਸਦਾ ਰਿਹਾ। ਜੇ ਤੂੰ ਜੈਨ ਡੋਰੀਆਂ ਘਸਦਾ ਰਿਹਾ ਫਿਰ ਤੂੰ ਐਂ ਕਾਹਤੋਂ ਨਹੀਂ ਕਹਿੰਦਾ ਵੀ ਭਾਈ ਇੱਕ ਪਾਸੇ 92 ਲੱਖ ਰੁਪਈਆ ਤੁਸੀਂ ਫੱਗੂ ਵਾਲੇ ਦੇ ਰਹੇ ਹੋ, ਰੋਸ਼ਨ ਵਾਲੇ ਪਿੰਡ ਤੁਸੀਂ 19 ਲੱਖ ਰੁਪਈਆ ਕਿਵੇਂ ਦੇ ਦੋਗੇ? ਜੇ ਇੱਥੇ ਕੋਈ ਵਾਅਦਾ ਕਰਦੀ ਹੈ ਸਰਕਾਰ, ਇੱਥੇ ਧੱਕਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਸਰਕਾਰ ਨੂੰ ਵੱਡੇ ਹਰਜਾਨੇ ਭੁਗਤਣੇ ਪੈਣਗੇ। ਇਹਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਨੇ ਬਣਾ ਲਿਆ ਵੀ ਲਾਸਾਂ ਦੇ ਢੇਰ ਤਾਂ ਲਾ ਸਕਦੇ ਹਾਂ ਪਰ ਜ਼ਮੀਨ 'ਚ ਪੈਰ ਨਹੀਂ ਧਰਨ ਦਿੰਦੇ। ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਅਮਨਦੀਪ ਸਿੰਘ ਮਾਝਾ। ਇੱਕ ਪਾਸੇ ਪੰਜਾਬ ਵਿੱਚ ਅੱਜ ਠੰਡ ਦਾ ਮਾਹੌਲ ਆ, ਬਾਰਿਸ਼ ਦੀ ਸ਼ੁਰੂਆਤ ਹੋਈ ਆ, ਮਾਨਸੂਨ ਆਈ ਆ, ਕਿਉਂਕਿ ਪਿਛਲੇ ਦਿਨਾਂ ਤੋਂ ਪੂਰੀ ਗਰਮੀ ਪੰਜਾਬ 'ਚ ਪੈ ਰਹੀ ਸੀ। ਅਤੇ ਦੂਜੇ ਪਾਸੇ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੰਮੂ ਕਟੜਾ ਸੰਘਰਸ਼ ਕਮੇਟੀ ਜਿਸ ਨੇ ਪਹਿਲਾਂ ਧਰਨੇ ਪ੍ਰਦਰਸ਼ਨ ਲਾਏ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ, ਉਹ ਮੰਗਾਂ ਕੀ ਸਨ? ਪੰਜਾਬ ਦੇ ਵਿੱਚੋਂ ਜੰਮੂ ਕਟੜਾ ਰੋਡ ਨਿਕਲ ਰਿਹਾ ਜੋ ਜੰਮੂ ਤੋਂ ਹੁੰਦਾ ਹੋਇਆ ਜ਼ਿਲ੍ਹਾ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ ਅਤੇ ਹਰਿਆਣੇ ਵਿੱਚ ਦੀ ਹੁੰਦਾ ਹੋਇਆ ਦਿੱਲੀ ਅੱਗੇ ਜਾਵੇਗਾ। ਜੰਮੂ ਕਟੜਾ ਰੋਡ ਆ ਨੈਸ਼ਨਲ ਹਾਈਵੇ, ਉਹਦੇ ਸੰਬੰਧ 'ਚ ਕਿਸਾਨਾਂ ਨੂੰ ਜ਼ਮੀਨਾਂ ਦੇ ਰੇਟ ਬਹੁਤ ਘੱਟ ਦਿੱਤੇ ਜਾ ਰਹੇ ਸਨ। ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਸਨ, ਉਦੋਂ ਜੰਮੂ ਕਟੜਾ ਸੰਘਰਸ਼ ਕਮੇਟੀ ਨੇ ਧਰਨੇ ਪ੍ਰਦਰਸ਼ਨ ਲਾਏ। ਯਾਨੀ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੁੰਦੇ ਸਨ ਜਦੋਂ ਉਹਨਾਂ ਦੇ ਘਰ ਦੇ ਅੱਗੇ ਲਗਾਤਾਰ ਕਈ ਮਹੀਨੇ ਪਟਿਆਲਾ 'ਚ ਵੱਡਾ ਧਰਨਾ ਪ੍ਰਦਰਸ਼ਨ ਲੱਗਿਆ। ਪਿੰਡ ਰੋਸ਼ਨ ਵਾਲੇ ਜੋ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਉਸ ਤੇ ਇੱਕ ਧਰਨਾ ਪ੍ਰਦਰਸ਼ਨ ਚੱਲਿਆ। ਪਰ ਉਸ ਤੋਂ ਬਾਅਦ ਜੋ ਵੀ ਗੱਲਬਾਤ ਹੋਈ ਸਰਕਾਰ ਨਾਲ ਸਹਿਮਤੀ ਬਣ ਚੁੱਕੀ ਸੀ। ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਉਂਦੇ ਆ ਕਿ ਜੰਮੂ ਕਟੜਾ ਰੋਡ ਦੀ ਜਿਹੜੀ ਜ਼ਮੀਨ ਲਈ ਜਾ ਰਹੀ ਆ, ਸਾਹਮਣੇ ਤਸਵੀਰਾਂ ਦਿਖਾਉਂਦੇ ਆ ਕਿ ਇਹ ਜ਼ਮੀਨ ਆ, ਇਹ ਪਿੰਡ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਫੱਗੂਵਾਲਾ ਜੋ ਬਲਾਕ ਭਵਾਨੀਗੜ੍ਹ ਦੇ ਪਿੰਡ ਨੇ ਉਹਨਾਂ ਦੇ ਵਿੱਚ ਦੀ ਲੰਘਦਾ, ਜਾਨੀ ਕਿ ਵੱਡਾ ਰੋਡ ਆ, ਕਾਫੀ ਚੌੜਾਈ ਲਈ ਜਾ ਰਹੀ ਹੈ ਇਸ ਦੀ। ਪਰ ਉਸ ਤੋਂ ਬਾਅਦ ਜਦੋਂ ਸਹਿਮਤੀ ਬਣੀ ਉਸ ਤੋਂ ਬਾਅਦ ਕਈ ਦਿੱਕਤਾਂ ਆਈਆਂ, ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਕਿਸੇ ਨੂੰ 90 ਲੱਖ ਕਿੱਲੇ ਦਾ ਮਿਲ ਰਿਹਾ, ਕਿਸੇ ਨੂੰ 60 ਲੱਖ, ਕਿਸੇ ਨੂੰ 50 ਲੱਖ, ਕਿ ਕਿਉਂ ਇਹ ਵਿਤਕਰੇ ਕਿਉਂ ਕੀਤੇ ਜਾ ਰਹੇ ਨੇ? ਅਸੀਂ ਅੱਜ ਹਰਕਿਸ਼ਨਪੁਰਾ ਅਤੇ ਸੰਤੋਖਪੁਰਾ ਦੀ ਹੱਦ ਤੇ ਮੌਜੂਦ ਹਾਂ ਜਿੱਥੇ ਉੱਪਰੋਂ ਭਾਰੀ ਬਾਰਿਸ਼ ਵੀ ਹੋ ਰਹੀ ਆ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪਿੰਡ ਵਾਸੀ ਨੇ ਸੰਤੋਖਪੁਰਾ ਦੇ, ਪਿੰਡ ਵਾਸੀ ਨੇ ਹਰਕਿਸ਼ਨਪੁਰਾ ਦੇ, ਜਿਨ੍ਹਾਂ ਨੂੰ ਦਿੱਕਤ ਆਈ ਆ, ਉਹਨਾਂ ਨੇ ਕਿਹਾ ਕਿ ਸਾਨੂੰ 19 ਲੱਖ ਰੁਪਏ ਕਿੱਲੇ ਦੇ ਰਹੇ ਨੇ, ਜਦ ਕਿ ਪਹਿਲਾਂ ਪੂਰੀ ਸਹਿਮਤੀ ਹੋਈ ਕਿ ਜ਼ਿਆਦਾ ਪੈਸੇ ਦੇਵਾਂਗੇ। ਜੋ ਵੀ ਉਹਨਾਂ ਦੀਆਂ ਮੰਗਾਂ ਤੀਆਂ ਉਹ ਮੰਨ ਲਈਆਂ। ਪਰ ਜਦੋਂ ਧਰਨਾ ਪ੍ਰਦਰਸ਼ਨ ਖਤਮ ਹੋ ਗਿਆ, ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ, ਕਾਂਗਰਸ ਦੀ ਸਰਕਾਰ ਪੰਜਾਬ 'ਚ ਰਹੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ, ਪਰ ਹੁਣ ਦੁਬਾਰਾ ਇਹ ਅੰਦੋਲਨ ਕਰਨ ਨੂੰ ਕਿਤੇ ਨਾ ਕਿਤੇ ਮਜਬੂਰ ਹੋਏ ਨੇ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਬਾਈ ਜੀ ਮੌਜੂਦ ਨੇ, ਪ੍ਰਦੀਪ ਬਾਈ ਜੀ ਨੇ, ਇਹਨਾਂ ਨੇ ਧਰਨਾ ਪ੍ਰਦਰਸ਼ਨ ਰੋਸ਼ਨ ਵਾਲੇ ਤੋਂ ਸ਼ੁਰੂ ਕਰਿਆ ਕਰਾਂਗੇ ਗੱਲਬਾਤ। ਬਾਈ ਜੀ ਕੀ ਚੱਕਰ ਪੈ ਗਿਆ ਜਿਹੜਾ ਦੁਬਾਰਾ ਪ੍ਰਦਰਸ਼ਨ ਕਰਨ ਨੂੰ ਤੁਸੀਂ ਮਜਬੂਰ ਹੋਏ ਹੋ? ਬਾਈ ਜੀ ਅਸੀਂ 2020 ਦੇ ਵਿੱਚ ਵੀ ਸੰਘਰਸ਼ ਸ਼ੁਰੂ ਕੀਤਾ ਸੀ, ਉਦੋਂ ਅਸੀਂ ਸਾਲ ਭਰ ਸਰਕਾਰ ਨਾਲ ਲੜਾਈ ਲੜੀ। ਉਸ ਤੋਂ ਬਾਅਦ ਸਾਡੀ ਸਰਕਾਰ ਨਾਲ ਸਹਿਮਤੀ ਬਣੀ ਵੀ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਊਗਾ। ਉਸ ਲੜੀ ਦੇ ਵਿੱਚ ਸਰਕਾਰ ਨੇ ਵੱਖੋ-ਵੱਖ ਪਿੰਡਾਂ ਦੇ ਵੱਖੋ-ਵੱਖ ਰੇਟ ਕੱਢਤੇ, ਸਾਨੂੰ ਕਿਸਾਨਾਂ ਨੂੰ ਆਪਸ 'ਚ ਪਾੜਤਾ। ਸਾਡਾ ਸੰਤੋਖਪੁਰਾ ਪਿੰਡ
ਜਿਸ ਦਾ ਅਵਾਰਡ ਇਹਨਾਂ ਨੇ ਪਹਿਲਾਂ 19,80,000 ਰੁਪਏ ਬਣਾਇਆ ਸੀ। ਸਰਕਾਰ ਨਾਲ ਸਹਿਮਤੀ ਕਰਕੇ ਲੜਾਈ ਲੜ ਕੇ ਅਸੀਂ ਉਹਦਾ ਅਵਾਰਡ 74 ਲੱਖ ਰੁਪਏ ਦਾ ਪਾਸ ਕਰਵਾਇਆ। ਪਰ ਹੁਣ ਜਦੋਂ ਸਰਕਾਰ ਨੇ ਸਾਰੇ ਪਿੰਡਾਂ ਦੇ ਵਿੱਚ ਕਬਜ਼ਾ ਲੈ ਲਿਆ, ਸਾਡੇ ਹਰਕਿਸ਼ਨਪੁਰੇ, ਸੰਤੋਖਪੁਰੇ ਤੇ ਖੇੜੀ ਚੰਦਵਾ ਨੂੰ ਛੱਡ ਕੇ ਇੱਥੇ ਮੁੱਠੀ ਭਰ ਸਾਨੂੰ ਕਿਸਾਨਾਂ ਨੂੰ ਛੱਡ ਕੇ ਧੱਕਾ ਕਰਨ ਜਾ ਰਹੇ ਨੇ। ਹੁਣ ਉਹ ਸਾਡਾ 74 ਲੱਖ ਰੁਪਏ ਦੇ ਅਵਾਰਡ ਨੂੰ ਨਾ ਮਨਜ਼ੂਰ ਕਰਕੇ ਸਾਨੂੰ ਮਜਬੂਰ ਕਰ ਰਹੇ ਨੇ ਵੀ ਅਸੀਂ ਜੋ ਪੁਰਾਣਾ ਉਹਨਾਂ ਨੇ ਸਾਡੇ ਨਾਲ ਧੱਕੇਸ਼ਾਹੀ ਕਰੀ ਸੀ 19,80,000 ਦੇ ਅਵਾਰਡ ਦੇ ਹਿਸਾਬ ਨਾਲ ਅਸੀਂ ਪੇਮੈਂਟ ਚੱਕੀਏ, ਜੋ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ। ਇਸ ਧੱਕੇਸ਼ਾਹੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਸ ਧੱਕੇਸ਼ਾਹੀ ਤੋਂ ਬਚਣ ਦੇ ਲਈ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਾਥ ਲਿਆ ਤੇ ਉਹਨਾਂ ਨੂੰ ਆਪਣੇ ਸੰਘਰਸ਼ ਦੀ ਕਮਾਨ ਸਮਾਈ ਹੈ। ਜਿਵੇਂ ਵੀ ਜੋ ਉਹ ਇਨ ਬਿਨ ਸਾਨੂੰ ਕਮਾਨ ਦੇਣਗੇ, ਅਸੀਂ ਉਹਨਾਂ ਦੇ ਝੰਡੇ ਹੇਠ ਇਹ ਲੜਾਈ ਨੂੰ ਲੜਾਂਗੇ ਤੇ ਜਿੱਤਾਂਗੇ। ਬਿਲਕੁਲ ਪ੍ਰਦੀਪ ਜੀ, ਪਰ ਇੱਕ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਜਦੋਂ ਤੁਹਾਡੀ ਸਹਿਮਤੀ ਬਣੀ, ਧਰਨਾ ਪ੍ਰਦਰਸ਼ਨ ਖਤਮ ਹੋ ਗਿਆ ਜੀ ਸਰਕਾਰ ਨਾਲ, ਕਿਤੇ ਨਾ ਕਿਤੇ ਪੈਸੇ ਪਾਤੇ ਸੀ, ਕਹਿੰਦੇ ਸਾਰੇ ਮਤਲਬ ਕਿਸਾਨਾਂ ਦੇ ਉਹਨਾਂ ਨੇ ਬੈਂਕ ਖਾਤਿਆਂ 'ਚ ਪੈਸੇ ਪਾਤੇ, ਤੁਹਾਨੂੰ ਪਏ ਨਹੀਂ ਹੈਗੇ ਆ ਜਿੱਥੇ ਖੜੇ ਹੋ ਤੁਸੀਂ? ਭਾਈ ਜੀ, ਜਿਹੜਾ ਇਹ ਲੈਂਡ ਐਕੁਜੀਸ਼ਨ ਐਕਟ ਹੈ ਨਾ, ਇਹਦੇ ਵਿੱਚ ਆਮ ਲੋਕਾਂ ਨੂੰ ਸਿਰਫ ਬੌਲਾ ਬਣਾਇਆ ਜਾਂਦਾ ਵੀ ਕਿਸਾਨਾਂ ਨੂੰ ਸਿਰਫ ਪੈਸੇ ਦੇ ਜਾਣਗੇ। ਇਕੱਲੇ ਕਿਸਾਨ ਪੈਸੇ ਨਹੀਂ, ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡੀ ਜ਼ਮੀਨ ਲਈ ਜਾ ਰਹੀ ਹੈ ਇਹ ਅਸੀਂ ਵੇਚ ਨਹੀਂ ਰਹੇ, ਇਹ ਸਾਡੀ ਧੱਕੇ ਨਾਲ ਲਈ ਜਾ ਰਹੀ ਹੈ, ਮਨਮਰਜ਼ੀ ਨਾਲ ਲਈ ਜਾ ਰਹੀ ਹੈ। ਇਹਦੇ ਵਿੱਚ ਜਿਹੜੀ ਸਾਡੀ ਜ਼ਮੀਨ ਹੈ ਉਹ ਇਸ ਹਿਸਾਬ ਨਾਲ ਵੰਡੀ ਗਈ ਹੈ ਜੋ ਨਾ ਸਾਡੇ ਵਾਹੁਣ ਦੇ ਕਾਬਲ ਹੈ ਨਾ ਰੱਖਣ ਦੇ ਕਾਬਲ ਹੈ। ਸਾਡੀ ਜ਼ਮੀਨ ਦਫਾੜ ਹੋ ਗਈ, ਜੋ ਦਫਾੜ ਹੋਣ ਦੇ ਕਾਰਨ ਰਸਤੇ ਨੇ, ਹਜੇ ਤੱਕ ਸਰਕਾਰ ਨੇ ਰਸਤਿਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ। ਜੋ ਸਾਡਾ ਸਿੰਚਾਈ ਦੇ ਸਾਧਨ ਨੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ। ਜੋ ਕੁਦਰਤੀ ਵਹਾਅ ਆਉਂਦਾ ਹੈ ਹਰਕਿਸ਼ਨਪੁਰੇ, ਸੰਤੋਖਪੁਰੇ ਪਿੰਡ ਦੇ ਵਿੱਚ ਜੋ ਕੁਦਰਤ ਮੀਂਹ ਪੈਣ ਤੋਂ ਬਾਅਦ ਪਾਣੀ ਆਉਂਦਾ ਹੈ, ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ। ਸਾਡੇ ਦਰਖਤ ਖੜੇ ਨੇ ਖੇਤਾਂ 'ਚ, ਸਾਡੀਆਂ ਮੋਟਰਾਂ ਨੇ, ਸਾਡੇ ਕੋਠੇ ਨੇ, ਸਾਡੇ ਘਰ ਨੇ। ਕਾਨੂੰਨਨ ਤੁਸੀਂ ਆਪ ਵੀ ਸਮਝ ਸਕਦੇ ਹੋ ਵੀ ਇੱਕ ਘਰ ਨੂੰ ਬਣਾਉਣ ਨੂੰ ਸਾਲ ਲੱਗਦਾ। ਹਜੇ ਤੱਕ ਸਾਡੇ ਘਰਾਂ ਦਾ ਕੋਈ ਗੱਲਬਾਤ ਨਹੀਂ ਹੋਈ। ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ, ਸਰਕਾਰ ਨੇ ਠੇਕੇਦਾਰ ਨੂੰ ਹਜੇ ਪ੍ਰੋਜੈਕਟ ਹੈਂਡਓਵਰ ਨਹੀਂ ਕਰਿਆ, ਪਰ ਇਹਨਾਂ ਨੇ ਮਿਲੀ ਭੁਗਤ ਕਰਕੇ ਧੱਕੇ ਨਾਲ ਮਿੱਟੀ ਪਾਈ ਆ। ਕਿਤੇ ਵੀ ਕੋਈ ਕਾਨੂੰਨ ਦੇ ਵਿੱਚ ਸਰਕਾਰ ਨੇ ਹਜੇ ਠੇਕੇਦਾਰ ਨੂੰ ਦਿੱਤਾ ਹੀ ਨਹੀਂ ਹੈਗਾ ਵੀ ਤੁਸੀਂ ਇਸ ਜਗ੍ਹਾ ਦੀ ਅਲਾਟਮੈਂਟ ਕਰ ਲਓ, ਕਬਜ਼ਾ ਕਰ ਲਓ, ਪਰ ਇਹ ਮਿਲੀ ਭੁਗਤ ਹੋ ਕੇ ਕਮਿਸ਼ਨ ਖੋਰੀ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਠੀਕ ਹੈ, ਜਾਨੀ ਕਿ ਤੁਸੀਂ ਕਹਿ ਰਹੇ ਹੋ ਜਿਵੇਂ ਗੱਲਬਾਤ ਤੁਸੀਂ ਕਰੀ ਆ ਕਿ ਘਰ ਆ ਰਹੇ ਹੋ, ਪੋਲਟਰੀ ਫਾਰਮ ਸਾਹਮਣੇ ਉਹ ਵਿੱਚ ਆ ਰਿਹਾ ਬਾਈ ਜੀ ਸਾਰਾ? ਬਿਲਕੁਲ ਬਿਲਕੁਲ ਵਿੱਚ ਆ ਰਿਹਾ ਜੀ। ਤਸਵੀਰਾਂ ਦਿਖਾਓ ਜੀ ਕਿ ਪੋਲਟਰੀ ਫਾਰਮ, ਹਰਕਿਸ਼ਨਪੁਰੇ ਦਾ ਪੋਲਟਰੀ ਫਾਰਮ ਜੋ ਵੀ ਸੇਧ 'ਚ ਘਰ ਨੇ ਉਹਦੇ ਸਾਹਮਣੇ ਪਰਲੇ ਪਾਸੇ ਘਰ ਵੀ ਦਿਖਾਈ ਦੇ ਰਹੇ ਨੇ। ਜਾਨੀ ਕਿ ਸਿੱਧਾ ਜੰਮੂ ਕਟੜਾ ਰੋਡ ਆ ਇਹ, ਜਿਹੜੀ ਵੀ ਚੀਜ਼ ਰਸਤੇ 'ਚ ਆ ਗਈ ਉਹ ਉਹਨਾਂ ਨੇ ਵਿੱਚ ਇਨਕੁਆਇਰ ਕਰ ਲਈ, ਇਹੀ ਸਿਸਟਮ ਹੋ ਰਿਹਾ ਸਾਰਾ? ਬਿਲਕੁਲ ਜੀ ਬਿਲਕੁਲ। ਜੋ ਵੀ ਚੀਜ਼ ਘਰ, ਪੋਲਟਰੀ ਫਾਰਮ, ਜੋ ਵੀ ਚੀਜ਼ ਉਹਨਾਂ ਨੂੰ ਵਿੱਚ ਆ ਗਈ ਉਹਨਾਂ ਨੇ ਐਕਵਾਇਰ ਕਰ ਲਿਆ। ਪਰ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਗੱਲ ਪਤਾ ਨਹੀਂ ਵੀ ਇੱਕ ਘਰ ਨੂੰ ਢਾਹ ਕੇ ਦੂਜਾ ਘਰ ਬਣਾਉਣ ਨੂੰ ਕਿੰਨਾ ਸਮਾਂ ਲੱਗਦਾ ਹੈ, ਇੱਕ ਪੋਲਟਰੀ ਫਾਰਮ ਨੂੰ ਢਾਹ ਕੇ, ਇੱਕ ਡੈਰੀ ਫਾਰਮ ਨੂੰ ਢਾਹ ਕੇ ਕਿੰਨਾ ਸਮਾਂ ਲੱਗਦਾ ਹੈ, ਤੇ ਕਿੰਨੇ ਕਿਸਾਨਾਂ ਨੂੰ ਉਹਦੇ ਲਈ ਉਪਰਾਲੇ ਕਰਨੇ ਪੈਣਗੇ। ਇਹ ਸਾਰਿਆਂ ਦੀ ਕੀਮਤ, ਇਸ ਦੀ ਕੋਈ ਕੀਮਤ ਨਹੀਂ ਹੈਗੀ, ਸਮਝਦੇ ਹੋ? ਇਸ ਕਰਕੇ ਸਾਨੂੰ ਲੱਗ ਰਿਹਾ ਵੀ ਜੋ ਵੀ ਸਾਡੇ ਨਾਲ ਉਹ ਕਰ ਰਹੇ ਨੇ ਉਹ ਨਿਹਾਇਤ ਹੀ ਗਲਤ ਹੈ ਤੇ ਸ਼ਰੇਆਮ ਧੱਕੇਸ਼ਾਹੀ ਹੈ, ਜਿਹੜੀ ਸਾਡੇ ਬਰਦਾਸ਼ਤ ਕਰਨ ਦੇ ਯੋਗ ਨਹੀਂ। ਬਿਲਕੁਲ। ਵੈਸੇ ਹੁਣ ਕਿਸੇ ਅਧਿਕਾਰੀ ਨੂੰ ਤੁਸੀਂ ਮਿਲੇ ਹੋ, ਗੱਲਬਾਤ ਹੋਈ ਹੈ ਜਾਂ ਕਿਸੇ ਸਰਕਾਰ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਹੋਵੇ ਤੁਹਾਡੀ? ਅੱਜ ਤੋਂ 20-25 ਦਿਨ ਪਹਿਲਾਂ ਉਹ ਠੇਕੇਦਾਰ ਧੱਕੇ ਨਾਲ ਉਰੇ ਪੁਲਿਸ ਮਹਿਕਮੇ ਦੇ 2 ਬੰਦਿਆਂ ਨੂੰ ਲੈ ਕੇ ਆਇਆ ਸੀ, ਸਾਨੂੰ ਉਰੇ ਦਬਕਾ ਕੇ ਕਬਜ਼ਾ ਕਰਨਾ ਚਾਹੁੰਦੇ ਸੀ। ਉਦੋਂ ਅਸੀਂ ਤਿੰਨੇ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਰੋਕਿਆ ਤੇ ਉਦੋਂ ਇੱਥੇ ਤਹਿਸੀਲਦਾਰ ਸਾਹਿਬ, ਨਾਇਬ ਤਹਿਸੀਲਦਾਰ, ਐਸਡੀਐਮ ਸਾਹਿਬ ਸਾਰੇ ਆਏ ਸੀ। ਉਹਨਾਂ ਨੇ ਸਾਡੀ ਪ੍ਰੋਜੈਕਟ ਡਾਇਰੈਕਟਰ ਨਾਲ ਮੇਰੀ ਖੁਦ ਗੱਲ ਕਰਾਈ ਸੀ। ਉਹ ਕਹਿੰਦੇ ਸੀ ਵੀ 30 ਜੂਨ ਤੱਕ ਤੁਹਾਡਾ ਮਸਲਾ ਹੱਲ ਹੋ ਜਾਊਗਾ, ਤੁਹਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਕੇ ਤੁਹਾਡੇ ਖਾਤਿਆਂ 'ਚ ਪੇਮੈਂਟ ਪਾਈ ਜਾਊ। ਪਰ ਉਦੋਂ ਬਾਅਦ 20 ਦਿਨ ਹੋ ਗਏ, ਉਹਨਾਂ ਨੇ ਸਾਨੂੰ ਲਵਾਰਸਾਂ ਵਾਂਗੂ ਛੱਡਤਾ। ਅੱਜ 30 ਤਰੀਕ ਨੂੰ ਜਦੋਂ ਸਾਡਾ ਕੁਝ ਨਹੀਂ ਬਣਿਆ ਤਾਂ ਫਿਰ ਅਸੀਂ ਨੇ ਆਪਦੀ ਬਾਂਹ ਉਗਰਾਹਾਂ ਜਥੇਬੰਦੀ ਨੂੰ ਫੜਾਈ ਤੇ ਉਹਨਾਂ ਦੇ ਝੰਡੇ ਥੱਲੇ ਚੱਲਣ ਦਾ ਪ੍ਰਣ ਕੀਤਾ। ਬਿਲਕੁਲ ਜੀ, ਮਸਲਾ ਇਹ ਆ ਕਿ ਜੰਮੂ ਕਟੜਾ ਨੈਸ਼ਨਲ ਹਾਈਵੇ ਜੋ ਬਣ ਰਿਹਾ ਉਹਦੇ ਵਾਸਤੇ ਸੰਘਰਸ਼ ਕਮੇਟੀ ਬਣੀ। ਉਸ ਤੋਂ ਬਾਅਦ ਬਾਈ ਜੀ ਨੇ ਦੱਸੀ ਕਿ ਜੇ ਸਰਕਾਰ ਨੇ ਜਿਹੜੀਆਂ ਵੀ ਮੰਗਾਂ ਮੰਨੀਆਂ ਸਨ ਉਹਨਾਂ ਤੇ ਪੂਰਾ ਖਰੀ ਨਹੀਂ ਉਤਰੀ ਸਰਕਾਰ, ਅਤੇ ਲਗਾਤਾਰ ਮੁਆਵਜ਼ਾ ਵੀ ਨਹੀਂ ਹਜੇ ਪਾਇਆ ਗਿਆ ਤੇ ਮੁਆਵਜ਼ਾ ਵੀ ਘੱਟ ਪਾਉਣ ਨੂੰ ਸਰਕਾਰ ਫਿਰਦੀ ਆ। ਪਰ ਨਹੀਂ, ਅਸੀਂ ਐਵੇਂ ਦਾ ਨਹੀਂ ਹੋਣ ਦੇਵਾਂਗੇ। ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਸਾਰੀ ਉਹਨਾਂ ਨੇ ਜਾਣਕਾਰੀ ਦਿੱਤੀ ਅਤੇ ਉਗਰਾਹਾਂ ਗਰੁੱਪ ਦਾ ਕਿਤੇ ਨਾ ਕਿਤੇ ਉਹਨਾਂ ਨੇ ਟੱਚ ਕੀਤਾ ਉਗਰਾਹਾਂ ਗਰੁੱਪ ਨੂੰ। ਤੋਂ ਉਗਰਾਹਾਂ ਗਰੁੱਪ ਤੋਂ ਜਗਤਾਰ ਸਿੰਘ ਕਾਲਾਝਾੜ ਮੌਜੂਦ ਨੇ। ਜਗਤਾਰ ਜੀ, ਕਿਵੇਂ ਦਾ ਮਸਲਾ, ਤੁਸੀਂ ਪਹੁੰਚੇ ਹੋ ਅੱਜ ਬਾਰਿਸ਼ ਦੇ ਵਿੱਚ, ਝੰਡੇ ਗੱਡ ਤੇ ਤੁਸੀਂ ਇੱਥੇ, ਕਿਵੇਂ ਦਾ ਸਾਰਾ ਮਸਲਾ ਰਹਿਣ ਵਾਲਾ? ਦੇਖੋ, ਜਿਹੜੀ ਇਹ ਹਿੰਦੁਸਤਾਨ ਦੀ ਸਰਕਾਰ ਆ, ਇੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਥਰੂ ਜਣੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਆ। ਅਸੀਂ ਇਹਨਾਂ ਤੋਂ ਕਦੋਂ ਮੰਗੀਆਂ ਨੇ ਵੀ ਸਾਡੇ ਇੱਥੇ ਵੱਡੀਆਂ ਰੋਡਾਂ ਕੱਢ ਦਿਓ। ਸਾਰੇ ਸ਼ਹਿਰਾਂ ਨੂੰ ਵੱਡੀਆਂ ਰੋਡਾਂ ਜਾਂਦੀਆਂ ਨੇ, ਇਹਨਾਂ ਨੇ ਇੱਥੇ ਸਾਡੀ ਕੁੱਲ ਜ਼ਮੀਨ ਤੇ ਕਬਜ਼ਾ ਕਰਕੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣਾ। ਇਸ ਕਰਕੇ ਇਹਦੇ ਤੇ ਅਸੀਂ ਪਹਿਲਾਂ ਵੀ ਲੜਦੇ ਰਹੇ ਹਾਂ। ਜਦੋਂ ਦਿੱਲੀ ਘੋਲ ਚੱਲਦਾ ਸੀ ਉਦੋਂ ਇਹਨਾਂ ਪਿੰਡਾਂ 'ਚ ਇਹ ਲੜਾਈ ਸ਼ੁਰੂ ਹੋਈ ਆ।
ਉਦੋਂ ਵੀ ਅਸੀਂ ਦਿੱਲੀ ਘੋਲ ਦੇ ਵਿੱਚ ਵੀ ਗਿਆ ਤੇ ਇਹਨਾਂ ਦੀ ਸਪੋਰਟ ਵੀ ਕੀਤੀ ਆ ਪੂਰੀ ਤਰ੍ਹਾਂ ਦੇ ਨਾਲ। ਜਾਣੀ ਇੱਥੇ ਆਮ ਰੇਟ ਆ ਜਿਹੜਾ 30 ਲੱਖ ਰੁਪਏ ਦਾ, ਇਹ ਮਾਹੌਲ ਕੀਤਾ ਜਾ ਰਿਹਾ ਕਿਸਾਨਾਂ ਨੂੰ, ਜਾਣੀ 19 ਲੱਖ ਰੁਪਏ ਦਾ ਜਿਹੜਾ ਕੀਤਾ। ਲੋਕ ਲੜੇ, ਉਸ ਤੋਂ ਬਾਅਦ ਲੋਕ ਲੜਨ ਤੋਂ ਬਾਅਦ ਜਾਣੀ 74 ਲੱਖ ਰੁਪਏ ਤੇ ਸਹਿਮਤੀ ਹੋ ਗਈ, ਅਵਾਰਡ ਦੁਬਾਰੇ ਜਾਰੀ ਹੋ ਗਿਆ। ਜਾਣੀ ਜਦੋਂ ਤੱਕ ਕਬਜ਼ੇ ਲੈਣੇ ਤੇ ਉਦੋਂ ਇਹਨਾਂ ਦੇ ਬੁਰਜੀਆਂ ਕੱਢ ਲੀਆਂ, ਕਿਸਾਨਾਂ ਨਾਲ ਸਹਿਮਤੀ ਕਰ ਲਈ। ਜਦੋਂ ਪੈਸੇ ਦੇਣ ਦੀ ਗੱਲ ਆਈ ਤੇ ਪੈਸੇ ਅਜੇ ਤੱਕ ਦਿੱਤੇ ਨਹੀਂ। ਇਧਰਲੇ ਪਾਸੇ 92 ਲੱਖ ਰੁਪਏ ਦਿੱਤਾ ਜਾ ਰਿਹਾ। ਇਸ ਕਰਕੇ ਜਿਹੜੇ ਲੋਕਾਂ ਨੇ ਪੈਸੇ ਚੱਕ ਲਏ ਭਲਾ, ਇਹ ਪੈਸੇ ਅਜੇ ਤੱਕ ਇਹਨਾਂ ਨੂੰ ਮਿਲੇ ਨਹੀਂ। ਇਹਨਾਂ ਨੇ ਬੱਚੇ ਬਾਹਰ ਭੇਜਣੇ ਨੇ, ਕੋਈ ਕਬੀਲਦਾਰੀਆਂ ਚਲਾਉਣੀਆਂ ਹੈਗੀਆਂ ਨੇ ਕਿਸਾਨਾਂ ਨੇ। ਇਸ ਕਰਕੇ ਸਰਕਾਰ ਦੇ ਵੱਲੋਂ ਵੱਡਾ ਜਿਹੜਾ ਧੋਖਾ ਕੀਤਾ ਜਾ ਰਿਹਾ, ਜਿਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਉਧਰ ਲੁਧਿਆਣੇ ਦੇ ਵਿੱਚ ਉੱਥੇ ਕਿਸਾਨਾਂ ਕਾਲਖਾ ਪਿੰਡ ਦੇ ਵਿੱਚ ਕੱਲ ਵੱਡੀ ਰੈਲੀ ਕੀਤੀ ਆ। ਉੱਥੇ ਜਿਹੜਾ ਸਰਕਾਰ ਨੇ, ਪੁਲਿਸ ਨੇ ਆਇਆ ਲਾਈਨਾਂ ਬਣਾ ਕੇ ਜਣੀ ਪੂਰਾ ਆਪਰੇਸ਼ਨ ਕਰਕੇ ਉਧਰੋਂ ਬਠਿੰਡੇ ਦੇ ਵਿੱਚ, ਉਧਰੋਂ ਲੁਧਿਆਣੇ ਦੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ। ਉਹ ਕਬਜ਼ੇ ਦੇ ਵਾਸਤੇ ਅਸੀਂ ਕੱਲ ਗਏ, ਉੱਥੇ ਕਬਜ਼ਾ ਤੋੜਨ ਵਾਸਤੇ ਗਿਆ, ਭਾਵੇਂ ਉੱਥੇ ਫੋਰਸ ਨਹੀਂ ਲਾਈ ਉਹਨਾਂ ਨੇ। ਇਸ ਕਰਕੇ ਜੋ ਫੋਰਸ ਵੀ ਲਾ ਲੈਂਦੇ, ਜੋ ਸੰਗਰੂਰ 'ਚ ਵੀ ਰੋਕਦੇ, ਜੋ ਬਰਨਾਲੇ ਵੀ ਰੋਕਦੇ, ਅਸੀਂ ਕਿਤੇ ਨਹੀਂ ਦੀ ਰੋਕਣਾ। ਉਹ ਭੰਨ ਕੇ ਸਾਰੇ ਨਾਕੇ ਤੋੜ ਕੇ ਅਸੀਂ ਉਸ ਜਗ੍ਹਾ ਤੇ ਜਾਣਾ ਸੀ। ਇੱਥੇ ਵੀ ਖੜੇ ਆ ਇੱਥੇ, ਕਿਉਂਕਿ ਜਿੰਨੀ ਦੇਰ ਇਹਨਾਂ ਕਿਸਾਨਾਂ ਨਾਲ ਸੈਟੀਸਫਾਈ ਨਹੀਂ ਕਰਦੀ ਸਰਕਾਰ, ਓਨੀ ਦੇਰ ਜ਼ਮੀਨ 'ਚ ਪੈਰ ਨਹੀਂ ਪਾਉਣ ਦਿੰਦੇ। ਅਸੀਂ ਝੰਡੇ ਗੱਡ ਤੇ। ਇਸ ਕਰਕੇ ਸੰਘਰਸ਼ ਕਿਵੇਂ ਲੜਨਾ, ਕੀ ਕਰਨਾ, ਇਹ ਅਸੀਂ ਇਹਨਾਂ ਨੂੰ ਕਿਹਾ ਵੀ ਇਹ ਜਥੇਬੰਦੀ ਦੇਖੂਗੀ। ਫੈਸਲਾ ਕਿੱਥੇ ਕਰਨਾ, ਕਿੰਨੇ 'ਚ ਕਰਨਾ, ਇਹ ਕਿਸਾਨਾਂ ਨੇ ਦੇਖਣਾ। ਇਹ ਜਿਹੜੀ ਗੱਲ ਹੈਗੀ ਆ, ਇੱਥੇ ਜਿਹੜੇ ਵੱਡੀ ਪੱਧਰ ਦੇ ਉੱਤੇ ਵੱਡੇ ਪ੍ਰੋਜੈਕਟ ਬਣਾ ਕੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਇੱਥੇ ਵੱਡੇ ਹੈਲੀਕਾਪਟਰਾਂ ਸਪਰੇਆਂ ਕਰਨੀਆਂ ਨੇ, ਰਿਮੋਟ ਨਾਲ ਟਰੈਕਟਰ ਚੱਲਣੇ ਨੇ। ਜਿਹੜੀ ਇਹ ਰੋਡ ਨਿਕਲ ਰਹੀ ਆ ਦਿੱਲੀ ਖਟੜਾ ਹਾਈਵੇ, ਇਹ 16 ਫੁੱਟ ਉੱਚੀ ਹੋਣੀ ਆ ਤੇ 4 ਘੰਟਿਆਂ ਦੇ ਵਿੱਚ ਉਹਨਾਂ ਦਾ ਮੈਨੇਜਰ ਦਿੱਲੀ ਤੋਂ ਅੰਮ੍ਰਿਤਸਰ ਵਾਪਸ ਮੁੜਨ ਦੀ ਸਕੀਮ ਆ। ਇਹਨਾਂ ਖੇਤਾਂ ਦੇ ਵਿੱਚ ਜਿਹੜੇ ਕਹਿੰਦੇ ਉਹਦੇ 50-50 ਟੈਰੇ ਟਰਾਲੇ ਚੱਲਣੇ ਨੇ। ਇਸ ਕਰਕੇ ਜਿਹੜੇ ਲੋਕਲ ਪਿੰਡਾਂ ਦੇ ਲੋਕ ਨੇ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਭਰਾਵੋ ਐਂ ਨਾ ਕਹੋ ਵੀ ਯਾਰ ਇਹਨਾਂ ਦੀ ਜ਼ਮੀਨ ਪਿੱਛੇ ਜ਼ਮੀਨ ਹਮਲਾ ਵੱਡਾ, ਹੱਲਾ ਵੱਡਾ। ਜੇ ਕਿਸਾਨ ਇਹ ਕਹਿਣ ਵੀ ਯਾਰ ਮੈਂ ਤਾਂ ਇੱਥੇ ਦੀ ਅਸੀਂ ਸੜਕ ਨਿਕਲ ਨਹੀਂ ਦਿੰਦੇ, ਅਸੀਂ ਤਾਂ ਉਸ ਗੱਲ ਤੇ ਖੜਾਂਗੇ। ਕਿਉਂਕਿ ਵੱਡੀ ਗੱਲ ਆ, ਸਰਕਾਰ ਵੱਡੀ ਪੱਧਰ ਦੇ ਉੱਤੇ ਸਾਡੇ ਪਾਣੀਆਂ ਤੇ ਕਬਜ਼ਾ ਕਰਕੇ ਪੂਰੀ ਤਰ੍ਹਾਂ ਦੇ ਨਾਲ ਜਣੀ ਪਾਣੀਆਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਵੀ ਕਿਸਾਨਾਂ ਨੇ ਡੂੰਘਾ ਕਰਤਾ ਪਾਣੀ। ਜਾਣੀ 780 ਕਰੋੜ ਰੁਪਈਆ ਪਾਣੀ ਨੂੰ ਧਰਤੀ 'ਚ ਜਾਣ ਤੋਂ ਰੋਕਣ ਵਾਸਤੇ ਨਹਿਰਾਂ ਦੇ ਵਿੱਚ ਵੱਡੀਆਂ ਤਰਪਾਲਾਂ ਵਿਛਾ ਕੇ ਉਹਦੇ ਤੇ ਲਾਤਾ। ਜਿਹੜਾ ਰੀਚਾਰਜ ਵਾਲਾ ਵਾ ਉਹਦੇ 21 ਕਰੋੜ ਰੁਪਈਆ ਲਾਇਆ। ਬਿਲਕੁਲ ਜਾਨੀ ਕਿ ਧੱਕਾ ਕਰ ਰਹੀਆਂ ਨੇ ਸਰਕਾਰਾਂ। ਪ੍ਰਦੀਪ ਜੀ, ਇੱਕ ਗੱਲ ਤੁਸੀਂ ਹੋਰ ਕਹਿ ਰਹੇ ਸੀ ਪਹਿਲਾਂ ਕਿ ਵੱਟ ਦੇ ਨਾਲ ਵੱਟ ਆ ਜੀ, ਇੱਕ ਪਾਸੇ 70-75 ਲੱਖ, ਇੱਕ ਪਾਸੇ ਬਹੁਤ ਘੱਟ ਰਕਮ ਤੁਸੀਂ ਕਹਿ ਰਹੇ ਸੀ। ਕਿੰਨਾ ਕੁ ਫਰਕ ਪੈ ਰਿਹਾ ਵੀ ਵੱਟ ਦੇ ਵੱਟ ਨਾਲ? ਬਾਈ ਭਵਾਨੀਗੜ੍ਹ ਬਲਾਕ ਦੇ ਸੰਗਰੂਰ ਆਪਣੇ ਦੇ 10 ਪਿੰਡ ਨੇ। ਫੱਗੂ ਵਾਲੇ ਦੇ ਵਿੱਚ 92 ਲੱਖ ਹੈ, ਰੌਸ਼ਨ ਵਾਲੇ 74 ਲੱਖ ਹੈ, ਹਰਕਿਸ਼ਨਪੁਰੇ 66 ਲੱਖ ਹੈ ਤੇ ਸਾਡੇ ਸੰਤੋਖਪੁਰੇ 19 ਲੱਖ ਹੈ। ਤੁਸੀਂ ਹੁਣ ਇਹ ਦੇਖ ਲਓ ਵੀ ਇਹ 5 ਪਿੰਡਾਂ ਦੇ ਵਿੱਚ ਹੀ ਇੱਕ ਢਿੱਡ ਤੋਂ ਤੌੜੀਆਂ ਲਗਾ। ਨਾ ਕਾਰਨ ਕੀ ਲੱਗਦਾ ਇਹ? ਕੋਈ ਇਹਨਾਂ ਦੇ ਸਰਕਾਰੀ ਰੇਟ ਦਾ ਫਰਕ ਆ ਜਾਂ ਕੀ ਕਾਰਨ ਕੀ ਆ ਇਹ? ਬਾਈ ਜੀ ਇਹਦੇ ਵਿੱਚ ਕੋਈ ਸਰਕਾਰੀ ਰੇਟ ਦਾ ਫਰਕ ਨਹੀਂ, ਇਹ ਸਿਰਫ ਅਫਸਰਸ਼ਾਹੀ ਦੀ ਤੇ ਉੱਪਰ ਸੈਂਟਰ ਸਰਕਾਰ ਦੀ ਕਿਸਾਨਾਂ ਨੂੰ ਆਪਸ 'ਚ ਦੋਫਾੜ ਕਰਨ ਦੀ ਨੀਤੀ ਹੈ ਵੀ ਇਹ ਆਪਸ 'ਚ ਹੀ ਲੜ ਕੇ ਇੱਕ ਦੂਜੇ ਦੇ ਪਿੱਛੇ ਪੈ ਜਾਣ, ਸਾਡੇ ਕੰਨੀ ਨਾ ਦੇਖਣ। ਤੁਸੀਂ ਇਹ ਸਮਝ ਕੇ ਦੇਖੋ, ਜਦੋਂ ਉਹਨਾਂ ਨੇ ਫੱਗੂ ਵਾਲੇ ਦਾ ਰੇਟ ਤੈਅ ਕਰ ਲਿਆ, ਫੱਗੂ ਵਾਲੇ ਤੋਂ ਚੱਲ ਪਿਆ 92 ਲੱਖ ਰੇਟ ਤੈਅ ਕਰਕੇ, ਜਿੰਨੀ ਵੀ ਜ਼ਮੀਨ ਫੱਗੂ ਵਾਲੇ ਪਿੰਡ ਜਾਈ ਉਹਦਾ 92 ਲੱਖ ਰੇਟ ਤੈਅ ਕਰਤਾ। ਫਿਰ ਜੋ ਜ਼ਮੀਨ ਉਹਦੀ ਵੱਟ ਨਾਲ ਲੱਗਦੀ ਹੈ, ਉਸ ਜ਼ਮੀਨ ਦੇ ਵਿੱਚ ਕੀ ਘਾਟ ਸੀ? ਕੋਈ ਘਾਟ ਨਹੀਂ ਸੀ। ਜਿਹੜੀ ਜ਼ਮੀਨ ਹਰਕਿਸ਼ਨਪੁਰੇ ਦੀ ਵੱਟ ਨਾਲ ਲੱਗਦੀ ਹੈ, ਸੰਤੋਖਪੁਰੇ ਦੀ, ਉਸ ਜ਼ਮੀਨ 'ਚ ਕੀ ਘਾਟ ਸੀ? ਕੋਈ ਘਾਟ ਨਹੀਂ ਸੀ। ਇਹ ਸਿਰਫ ਇਹਨਾਂ ਦੀਆਂ ਨਲਾਇਕੀਆਂ ਨੇ, ਇਹਨਾਂ ਦੇ ਤੌਰ ਤਰੀਕੇ ਨੇ ਜਿਨ੍ਹਾਂ ਨਾਲ ਉਹ ਕਿਸਾਨਾਂ ਨੂੰ ਦਫਾੜ ਕਰਕੇ ਆਪਦੀ ਨੀਤੀ ਨੂੰ, ਲੋਕਮਾਰੀ ਨੀਤੀ ਨੂੰ ਸਾਡੇ ਉੱਪਰ ਲਾਗੂ ਕਰਨਾ ਚਾਹੁੰਦੇ ਨੇ। ਬਿਲਕੁਲ ਮਨਜੀਤ ਜੀ, ਕਿਵੇਂ ਦੇਖਦੇ ਹੋ? ਇੱਕ ਪਾਸੇ 90 ਲੱਖ, ਇੱਕ ਪਾਸੇ 60 ਲੱਖ, ਇੱਕ ਪਾਸੇ 19 ਲੱਖ, ਉਹੀ ਵੱਟਾਂ ਨੇ, ਉਹੀ ਖੇਤ ਨੇ, ਉਹੀ ਫਸਲਾਂ ਨੇ। ਕੀ ਇਹ 'ਚ ਕੀ ਲੱਗਦਾ ਤੁਹਾਨੂੰ, ਜਦ ਕਿ ਸਰਕਾਰੀ ਰੇਟ ਦੀ ਵੀ ਗੱਲ ਬਾਹਰ ਆ ਕੇ ਸਰਕਾਰੀ ਰੇਟ ਦਾ ਵੀ ਕੋਈ ਚੱਕਰ ਨਹੀਂ? ਸੈਂਟਰ ਸਰਕਾਰ ਨੇ ਤੇ ਰਾਜ ਸਰਕਾਰਾਂ ਨੇ ਲੋਕਾਂ ਨੂੰ, ਜਿਹੜੇ ਅਸੀਂ ਕਿਰਤ ਕਰਨ ਵਾਲੇ ਲੋਕ ਆ, ਇਹਨਾਂ ਨੂੰ ਪੂਰਨ ਤੌਰ ਤੇ ਲੁੱਟਣ ਦੀ ਯੋਜਨਾ ਇਹ ਵੱਡੇ ਪੱਧਰ ਤੇ ਰੋਡਾਂ ਦੇ ਨਾਂ ਤੇ ਵੱਖ-ਵੱਖ ਤਰੀਕੇ ਨਾਲ ਜ਼ਮੀਨਾਂ ਰੋਕੀਆਂ ਜਾ ਰਹੀਆਂ ਨੇ, ਜਿਹਦੀ ਕਿਰਤੀ ਲੋਕਾਂ ਨੂੰ ਇਸ ਰੋਡਾਂ ਦੀ ਲੋੜ ਨਹੀਂ ਸੀਗੀ। ਪਰ ਇਹ ਅਯੋਗ ਅਦਾਰਿਆਂ ਦਾ ਕੰਮ ਹੈ। ਜਿਵੇਂ ਵੀਰ ਜੀ ਨੇ ਦੱਸਿਆ ਵੀ 92 ਲੱਖ ਰੁਪਈਆ, ਇੱਕ ਪਾਸੇ 19 ਲੱਖ ਰੁਪਈਆ, ਇਹ ਜ਼ਮੀਨ ਅਸਮਾਨ ਦਾ ਫਰਕ ਹੈ। ਇਹਨੂੰ ਕੋਈ ਕਾਨੂੰਨ, ਕਿਸੇ ਕਾਨੂੰਨ ਦਾ ਨਾਂ ਨਹੀਂ ਹੈਗਾ ਵੀ ਇੱਕ ਪਾਸੇ 92 ਲੱਖ ਰੁਪਈਆ ਦਿੱਤਾ ਜਾਵੇ ਤੇ ਇੱਕ ਪਾਸੇ 19 ਲੱਖ ਦੇਣ ਦੀ ਗੱਲ ਕਰਨੇ। ਪਰ ਇਹ ਹੋ ਕੀ ਰਿਹਾ? ਇੱਥੇ ਸਰਕਾਰ ਕਿਸੇ ਨਾਂ ਦੀ ਚੀਜ਼ ਨਹੀਂ ਹੈਗੀ, ਕਾਨੂੰਨ ਕਿਸੇ ਨਾਂ ਦਾ ਨਾਂ ਨਹੀਂ ਹੈਗਾ। ਇਹ ਅਯੋਗ ਅਦਾਰੇ ਨੇ ਜਿਹੜੇ ਸਰਕਾਰਾਂ ਬਣਾਉਂਦੇ ਨੇ, ਜਿਹੜੇ ਸਰਕਾਰਾਂ ਬਣਾਉਣ ਤੇ ਪੈਸੇ ਲਾਉਂਦੇ ਨੇ, ਜਿਹੜੇ ਭਗਵੰਤ ਮਾਨ ਵਰਗਿਆਂ ਨੂੰ ਬਣਾਉਣ ਤੇ ਲੱਖਾਂ ਰੁਪਏ ਦੀਆਂ ਗੱਡੀਆਂ ਤੇ ਲੱਖਾਂ ਰੁਪਈਆ, ਕਰੋੜਾਂ ਰੁਪਈਆ ਖਰਚਦੇ ਨੇ। ਉਹ ਫਿਰ ਐਂ ਕਹਿੰਦੇ ਨੇ ਵੀ ਸਾਡੇ ਮੁਤਾਬਕ ਅਸੀਂ ਜੋ ਕੰਮ ਕਰਾਂਗੇ
ਸਟੇਟ ਦੇ ਵਿੱਚ ਤੁਸੀਂ ਸਾਨੂੰ ਰੋਕੋਗੇ ਨਹੀਂ। ਸੇਮ ਟੂ ਸੇਮ ਉਹ ਕਹਾਣੀ ਹੈ, ਉਹ ਲਾਗੂ ਕੀਤੀ ਹੋਈ ਹੈ। ਅੱਜ ਇਹ ਜਾਣੀ ਕਿ ਉਹੀ ਪੈਸਾ ਇੱਧਰੋਂ ਜ਼ਮੀਨਾਂ 'ਚੋਂ ਕੱਢਣ ਲੱਗੇ ਹੋਏ ਨੇ, ਕਰੋੜਾਂ ਰੁਪਈਆ ਇਸ ਜ਼ਮੀਨ 'ਚੋਂ ਬਣਾਉਣਗੇ। ਇਹ ਜ਼ਮੀਨਾਂ ਪੂਰਨ ਤੌਰ ਤੇ ਜਦੋਂ ਰੋਡਾਂ ਦਾ ਜਾਲ ਵਿਛ ਗਿਆ, ਲੋਕਾਂ ਨੂੰ ਹੁਣ ਮੰਨ ਲੈ 4 ਵਿਗੇ ਜ਼ਮੀਨ ਉੱਧਰ ਰਹੇਗੀ ਤੇ ਬਾਕੀ ਜ਼ਮੀਨ ਉੱਧਰ ਰਹੇਗੀ, ਉਹਨਾਂ ਦੀ ਕੋਈ ਗੱਲ ਨਹੀਂ ਕਰ ਰਹੇ। ਰਸਤਾ ਕਿੱਥੋਂ ਦੀ ਲੰਘ ਕੇ ਆਉਣਗੇ ਉਹ 4 ਵਿਗਿਆਂ ਨੂੰ? 2 ਕਿੱਲੇ ਜ਼ਮੀਨ ਦੇ ਜਿਹੜੇ 5 ਕਿੱਲੇ ਉੱਧਰ ਰਹਿ ਗਏ, ਮੋਟਰ ਉੱਧਰ ਗਈ, ਉਹਨੂੰ ਕਿੱਥੋਂ ਦੀ ਲੰਘ ਕੇ ਆਉਣਗੇ? ਬਹੁਤ ਵੱਡੀਆਂ ਪ੍ਰੋਬਲਮਾਂ ਨੇ, ਇਕੱਲੇ ਪੈਸੇ ਦੀ ਗੱਲ ਨਹੀਂ ਹੈਗੀ। ਉਹਦੇ ਲਈ ਰੋਡ ਦਾ ਕੋਈ ਮੈਪ ਨਹੀਂ, ਕੋਈ ਗੱਲਬਾਤ ਨਹੀਂ ਇਹਨਾਂ ਨਾਲ ਕੀਤੀ। ਅਜਾੜਾ ਭੱਤਾ, ਕੋਠਿਆਂ ਦੇ ਪੈਸੇ, ਜਿਵੇਂ ਮੋਟਰਾਂ ਦੇ ਪੈਸੇ, ਪਈਆਂ ਦੇ ਪੈਸੇ, ਉਹਨਾਂ ਦਾ ਕੋਈ ਮਤਲਬ ਨਹੀਂ। ਇਸ ਤਰੀਕੇ ਧੱਕੇ ਨਾਲ ਜ਼ਮੀਨਾਂ ਰੋਕਣਾ ਚਾਹੁੰਦੇ ਨੇ। ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ, ਜਿਵੇਂ ਕੱਲ ਲੁਧਿਆਣੇ ਦੇ ਵਿੱਚ ਇਹ ਐਵੇਂ ਜੁਕਰੀ ਇਹ ਲਟੇਰੇ ਰੋਕੇ ਨੇ, ਇੱਥੇ ਵੀ ਜਾਣੀ ਕਿ ਲਟੇਰਿਆਂ ਨੂੰ ਅਸੀਂ ਨਹੀਂ ਵੜਨ ਦੇਵਾਂਗੇ। ਮਤ ਭੁੱਲੇ ਭਗਵੰਤ ਮਾਨ ਦੀ ਸਰਕਾਰ। ਅੱਜ ਉਹ ਕਹਿੰਦਾ ਵੀ ਮੈਂ ਆਮ ਘਰ ਚੋਂ ਉੱਠ ਕੇ ਮੁੱਖ ਮੰਤਰੀ ਬਣਿਆ, ਮੈਨੂੰ ਪਤਾ, ਮੈਂ ਮੋਟਰਾਂ ਚਲਾਉਂਦਾ ਰਿਹਾ, ਮੈਂ ਪੌਦ ਪੱਟਦਾ ਰਿਹਾ, ਮੈਂ ਨਰਮਾ ਚੁਗਦਾ ਰਿਹਾ, ਮੈਂ ਜੈਨ ਡੋਰੀਆਂ ਘਸਦਾ ਰਿਹਾ। ਜੇ ਤੂੰ ਜੈਨ ਡੋਰੀਆਂ ਘਸਦਾ ਰਿਹਾ ਫਿਰ ਤੂੰ ਐਂ ਕਾਹਤੋਂ ਨਹੀਂ ਕਹਿੰਦਾ ਵੀ ਭਾਈ ਇੱਕ ਪਾਸੇ 92 ਲੱਖ ਰੁਪਈਆ ਤੁਸੀਂ ਫੱਗੂ ਵਾਲੇ ਦੇ ਰਹੇ ਹੋ, ਰੋਸ਼ਨ ਵਾਲੇ ਪਿੰਡ ਤੁਸੀਂ 19 ਲੱਖ ਰੁਪਈਆ ਕਿਵੇਂ ਦੇ ਦੋਗੇ? ਜਾਣੀ ਕਿ ਜੈਨ ਡੋਰੀਆਂ ਘਸਣ ਵਾਲਾ ਜੇ ਮੁੱਖ ਮੰਤਰੀ ਬਣ ਜਾਂਦਾ ਫਿਰ ਅਯੋਗ ਅਦਾਰਿਆਂ ਦਾ ਬਣ ਕੇ ਰਹਿ ਜਾਂਦਾ। ਸਾਡੇ ਲਈ ਉਹ ਗੱਲ ਨਹੀਂ ਸੁਣਦਾ। ਇਸ ਕਰਕੇ ਅਸੀਂ ਕੰਨੀ ਗੱਲ ਪਾਉਂਦੇ ਹਾਂ ਭਗਵੰਤ ਮਾਨ ਸਰਕਾਰ ਦੇ। ਜੇ ਇੱਥੇ ਕੋਈ ਵਾਅਦਾ ਕਰਦੀ ਹੈ ਸਰਕਾਰ, ਇੱਥੇ ਧੱਕਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਸਰਕਾਰ ਨੂੰ ਵੱਡੇ ਹਰਜਾਨੇ ਭੁਗਤਣੇ ਪੈਣਗੇ। ਇਹਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਨੇ ਬਣਾ ਲਿਆ ਵੀ ਲਾਸਾਂ ਦੇ ਢੇਰ ਤਾਂ ਲਾ ਸਕਦੇ ਹਾਂ ਪਰ ਜ਼ਮੀਨ 'ਚ ਪੈਰ ਨਹੀਂ ਧਰਨ ਦਿੰਦੇ। ਇਹ ਪੂਰਨ ਤੌਰ ਤੇ ਜਥੇਬੰਦੀ ਨੇ ਮਸਲੀ, ਕਿਉਂ ਮਸਲਾ ਜ਼ਮੀਨਾਂ ਦਾ। ਜੇ ਸਾਥੋਂ ਜ਼ਮੀਨਾਂ ਵੀ ਜਬਰੀ ਖੋਹੀਆਂ ਜਾ ਰਹੀਆਂ ਨੇ ਫਿਰ ਭਲਾਂ ਦੀ ਇੱਥੇ ਅਸੀਂ ਰਹਿ ਕੇ ਵੀ ਕੀ ਕਰਾਂਗੇ? ਬਿਲਕੁਲ। ਵੈਸੇ ਘਰਾਚੋਂ ਜੀ ਹੋ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ, ਭਗਵੰਤ ਮਾਨ ਮੁੱਖ ਮੰਤਰੀ ਨੇ, ਉਹਨਾਂ ਦੇ ਧਿਆਨ 'ਚ ਹਜੇ ਮਸਲਾ ਨਾ ਗਿਆ ਹੋਵੇ, ਕਿਤੇ ਨਾ ਕਿਤੇ ਹੋਰ ਮਸਲੇ 'ਚ ਕਿਤੇ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਕਿ ਮਸਲਾ ਹਜੇ ਤੱਕ ਪਹੁੰਚਾਇਆ ਵੀ ਨਹੀਂ, ਚਲੋ ਐਸਡੀਐਮ ਲਵੇ ਪਹੁੰਚ ਗਿਆ। ਕੀ ਲੱਗਦਾ ਤੁਹਾਨੂੰ ਵੀ ਜਾਣਕਾਰੀ ਪ੍ਰੋਪਰ ਉਹਨਾਂ ਨੂੰ ਹੈ ਜਾਂ ਨਹੀਂ ਹੈ? ਉਦੋਂ ਇਸ ਮੰਡੀ ਦੇ ਵਿੱਚ ਭਗਵੰਤ ਮਾਨ ਆਪਦਾ ਸੌਦਾ ਵੇਚਦਾ ਫਿਰਦਾ ਸੀ ਜਦੋਂ ਇਹ ਰੋਡ ਦਾ ਰੌਲਾ ਸੀਗਾ। ਇਹ ਕੈਪਟਨ ਦੇ ਬਾਰ 'ਚ ਬੈਠੇ ਸੀਗੇ, ਉਦੋਂ ਭਗਵੰਤ ਮਾਨ ਨੂੰ ਇਹ ਮਿਲਦੇ ਰਹੇ ਹੈ, ਉਦੋਂ ਸੌਦਾ ਵੇਚ ਕੇ ਵਪਾਰੀ ਬਣੇ ਹੈ। ਅੱਜ ਉਸ ਵਪਾਰੀ ਨੂੰ ਇਹ ਪਤਾ ਕਿਵੇਂ ਨਾ ਹੋਵੇ? ਕਿਉਂ ਤਾਂ ਮਤਲਬ ਇੱਥੋਂ ਤਾਂ ਗਿਆ ਉਹ ਪਤਾ ਹੈ, ਪਰ ਇਹਨਾਂ ਦੇ ਕੰਨ ਇਸ ਤਰੀਕੇ ਨਾਲ ਬਾਹਾਂ ਮਰੋੜੀਆਂ ਹੁੰਦੀਆਂ ਨੇ। ਮੈਂ ਜਿਹੜੀ ਪਹਿਲਾਂ ਗੱਲ ਦੱਸ ਕੇ ਹਟਿਆ, ਇਹ ਬਾਹਰ ਜਾ ਹੀ ਨਹੀਂ ਸਕਦੇ। ਉਦੋਂ ਉਹਨਾਂ ਦੀ ਗੱਲ ਨਹੀਂ ਕਰ ਸਕਦੇ ਕਿਉਂ ਸੈਂਟਰ ਸਰਕਾਰ ਦਾ ਜਿਹੜਾ ਬਖੂਆ ਹੈ ਇਹ ਅਯੋਗਪਤੀਆਂ ਨੂੰ ਦੇਸ਼ ਸਮਝਾਉਣਾ ਹੈ, ਵੱਖ-ਵੱਖ ਤਰੀਕੇ ਨਾਲ ਪ੍ਰਾਈਵੇਟ ਸਿਸਟਮ ਨੂੰ ਸਾਰਾ ਕੁਝ ਸਮਝਾਉਣਾ ਹੈ। ਉਸੇ ਤੇ ਜਾਣੀ ਕਿ ਕੇਂਦਰ ਸਰਕਾਰ ਲੱਗਿਆ। ਜਿਵੇਂ ਤਿੰਨੇ ਕਾਲੇ ਕਾਨੂੰਨਾਂ ਦੀ ਗੱਲ ਕਰਕੇ ਹਟੇ ਅਸੀਂ, ਦਿੱਲੀੋਂ ਤਿੰਨੇ ਕਾਲੇ ਕਾਨੂੰਨ ਰੱਦ ਤਾਂ ਕਰਾ ਲਏ। ਉਹ ਕਹਿੰਦੇ ਹੁਣ ਤਿੰਨੇ ਕਾਲੇ ਕਾਨੂੰਨਾਂ ਮੁਤਾਬਕ ਨਹੀਂ ਅਸੀਂ ਵੜਨਾ, ਅਸੀਂ ਤਰੀਕੇ ਨਾਲ ਵੜਨਾ ਹੈ, ਐਂ ਵੜਨਾ ਹੈ ਜ਼ਮੀਨਾਂ 'ਚ ਵੀ ਕਿਸੇ ਨੂੰ 92 ਲੱਖ ਰੁਪਈਆ ਦੇ ਦਿਓ, ਕਿਸੇ ਨੂੰ 50 ਦੇ ਦਿਓ। ਜੇ ਧੱਕਾ ਹੁੰਦਾ ਤਾਂ ਅਸੀਂ 19 ਲੱਖ ਰੁਪਈਆ ਦੇ ਕੇ ਆ 2 ਪਿੰਡਾਂ ਨੂੰ ਧੱਕਾ ਵੀ ਇਹ ਰੋਡ ਛੱਡਿਆ ਗਿਆ ਇਹਨਾਂ ਨਾਲੇ ਜਾਨੀ ਕਿ ਫਰਕ ਪਵਾ ਦਿਓ ਕਿਸਾਨਾਂ ਦਾ। ਹੁਣ ਮੈਨੂੰ ਐ ਲੱਗਦਾ 90 ਲੱਖ ਵਾਲਾ ਤਾਂ ਚੁੱਪ ਬੈਠਾ ਹੋਣਾ ਵੀ ਮੈਨੂੰ ਮਿਲ ਰਿਹਾ ਜੀ 90 ਲੱਖ, ਪਰ ਜਿਹੜਾ 19 ਲੱਖ ਵਾਲਾ ਜਾਂ ਕੋਈ 30-40 ਲੱਖ ਵਾਲਾ ਜੀ ਉਹ ਤਾਂ ਆਲਾ ਦਾਲਾ ਦੇਖਦਾ, ਅਗਲਾ ਕਹਿੰਦਾ ਆਪਾਂ ਜੀ ਕੋਈ ਪ੍ਰਦਰਸ਼ਨ ਕਰੀਏ। ਬਿਲਕੁਲ ਬਹੁਤ ਵੱਡੀ ਸਿਆਸਤ ਹੈ ਇਹ ਜਿਹੜੀਆਂ ਸਰਕਾਰਾਂ ਖੇਡਦੀਆਂ ਰਹੀਆਂ ਨੇ, ਜਿਵੇਂ ਧਰਮ ਦੇ ਨਾਂ ਤੇ ਖੇਡਦੇ ਨੇ। ਇਹ ਪੈਂਤਰੇ ਹੁੰਦੇ ਨੇ ਸਰਕਾਰ ਦੇ ਵੀ, ਇੱਥੇ 92 ਲੱਖ ਰੁਪਈਆ ਪਾ ਦਿਓ, ਗਾਂ 70 ਵਾਲਾ ਜਾਂ 19 ਵਾਲਾ ਤਾਂ ਬੋਲੂਗੀ ਨਹੀਂ। 19 ਵਾਲੇ ਨਾਲ ਇਹ ਕਿਉਂ ਰਲਣਗੇ 70 ਵਾਲੇ ਯਾਰ 92 ਵਾਲੇ? 70 ਵਾਲੇ ਨੂੰ ਵੀ ਚੱਲ ਆਇਆ ਵੀ ਕਿਤੇ ਇਹੋ ਜਿਹਾ ਕੁਛ ਨਾ ਹੋ ਜੇ, ਮੈਨੂੰ 70 ਮਿਲਦਾ ਉਹੀ ਬਹੁਤ ਹੈ। ਐ ਨਹੀਂ ਤਾਂ ਜ਼ਮੀਨਾਂ ਬਿਲਕੁਲ ਖਰਾਬ ਹੋ ਕੇ ਘਰੋਂ ਬੇਘਰੇ ਉਜਾੜੇ ਜਾ ਰਹੇ ਆ ਲੋਕ। ਇਹ ਜ਼ਮੀਨਾਂ ਖਰੀਦੀਆਂ ਨਹੀਂ ਜਾ ਰਹੀਆਂ, ਇਹ ਧੱਕੇ ਨਾਲ ਲੋਕ ਉਜਾੜੇ ਜਾ ਰਹੇ ਆ। ਉਜਾੜਾ ਭੱਤਾ ਜਿਹੜਾ ਵੱਡੇ ਪੱਧਰ ਤੇ ਮਿਲਣਾ ਚਾਹੀਦਾ ਉਹਦਾ ਕੋਈ ਰੇਟ ਹੀ ਨਹੀਂ ਬਣਾਇਆ ਇਹਨਾਂ ਨੇ। ਕੁੱਲ 9 ਲੱਖ ਰੁਪਈਆ ਉਜਾੜਾ ਭੱਤਾ ਬਣਾਇਆ। 9 ਲੱਖ ਰੁਪਈਆ ਰੇਟ ਹੀ ਹੈ ਜ਼ਮੀਨ ਦਾ। ਤਾਂ ਜਿਹੜਾ 19 ਲੱਖ ਰੁਪਈਆ ਜੇ ਦੇ ਰਹੇ ਨੇ ਉਹ ਜ਼ਮੀਨ ਦਾ ਰੇਟ ਨਹੀਂ, ਜ਼ਮੀਨ ਦਾ ਰੇਟ ਤਾਂ ਸਿਰਫ 9 ਲੱਖ ਰੁਪਈਆ ਦੇ ਰਹੇ। ਉਹ ਤਾਂ ਹਜ਼ਾੜਾ ਭੱਤਾ 9 ਲੱਖ ਰੁਪਈਆ ਤਾਂ ਪੱਤੇ ਪੁੱਤੇ ਮਿਲਾ ਕੇ ਤਾਂ ਪੂਰਾ ਪ੍ਰੋਪਰ 19 ਲੱਖ ਰੁਪਈਆ। ਜਿਹੜਾ ਹਜ਼ਾੜਾ ਮਤਲਬ ਉੱਜੜ ਰਹੇ ਨੇ ਲੋਕ, ਪਤਾ ਨਹੀਂ ਕਿੱਧਰ ਨੂੰ ਜਾਣਗੇ ਵਿਚਾਰੇ, ਕਿੱਥੇ ਜਾ ਕੇ ਜ਼ਮੀਨਾਂ ਲੈਣਗੇ। ਉਹ ਹਜ਼ਾੜਾ ਭੱਤਾ ਦੇ ਕੇ 19 ਲੱਖ ਰੁਪਈਆ। ਇਹ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ, ਨਾ ਧੱਕਾ ਹੋਣ ਦਈਏ। ਆਉਣ ਵਾਲੇ ਸਮੇਂ 'ਚ ਜੇ ਸਰਕਾਰ ਇਹਨਾਂ ਦੇ ਨਾਲ ਖੜਦੀ ਹੈ, ਜਿਵੇਂ ਲੁਧਿਆਣੇ ਦੇ ਵਿੱਚ ਇਹਨਾਂ ਨੇ ਜਾਣੀ ਕਿ ਪਹਿਲੇ ਦਿਨ ਕੁਛ ਨਾ ਕੁਛ ਲਾਠੀ ਚਾਰਜ ਕਰਕੇ ਹਲਕਾ ਫੁਲਕਾ ਧੱਕਾ ਕਰਕੇ ਦੇਖਿਆ, ਉਹ ਮਤ ਭੁੱਲੇ। ਆਉਣ ਵਾਲੇ ਸਮੇਂ 'ਚ ਵੱਡੇ ਛਿੱਟੇ ਨਿਕਲਣਗੇ ਇਸ ਦੇ। ਪੂਰਨ ਤੌਰ ਤੇ ਜਥੇਬੰਦੀ ਖੜੀ ਹੈ, ਲੁਧਿਆਣੇ ਦਾ, ਬਠਿੰਡੇ ਦਾ। ਇਹ ਇੱਕ ਰੌਲਾ ਬਣ ਜੂਗਾ, ਜਿਵੇਂ ਭਾਰਤ ਮਾਲਾ ਰੋਡ ਕਹਿੰਦੇ ਨੇ ਇਹ ਜਾਣੀ ਕਿ ਪੰਜਾਬ ਮਾਲਾ ਤਰੀਕੇ ਨਾਲ ਲੜਾਈ ਲੜੀ ਜਾਊਗੀ। ਕਿਤੇ ਵੀ ਕਿਤੇ ਮਤਲਬ ਠੇਕੇਦਾਰਾਂ ਨੂੰ ਪੈਰ ਨਹੀਂ ਧਰਨ ਦਿੱਤਾ ਜਾਊਗਾ। ਬਿਲਕੁਲ। ਅੱਜ ਬਾਰਸ 'ਚ ਆ ਕੇ ਤੁਸੀਂ ਇੱਥੇ ਝੰਡੇ ਗੱਡ ਤੇ ਹੁਣ ਕੀ ਪਲੈਨਿੰਗ ਹੋਊਗੀ ਤੁਹਾਡੀ? ਇੱਥੇ ਪੱਕੇ ਬੈਠੋਗੇ ਜਾਂ ਕਿਵੇਂ ਦਾ ਪ੍ਰਦਰਸ਼ਨ ਚੱਲੂ? ਕਿਵੇਂ ਦੀ ਗੱਲਬਾਤ ਹੋਈ ਹੁਣ? ਅਸੀਂ ਜਾਣੀ ਕਿ ਜਿਹੜੀ ਇਹਨਾਂ ਦੀ ਕਮੇਟੀ ਬਣੀ ਹੈ, ਕੀ ਫੈਸਲਾ ਕਰਦੇ ਨੇ, ਕੀ ਇਹਨਾਂ ਨਾਲ ਪ੍ਰਸ਼ਾਸਨ ਗੱਲ ਕਰਦਾ ਹੈ। ਜੇ ਪ੍ਰਸ਼ਾਸਨ ਇੱਥੇ ਧੱਕੇ ਨਾਲ ਵੜਨ ਦੀ ਗੱਲ ਕਰੂਗਾ, ਪੂਰਨ ਤੌਰ ਤੇ ਜਿਵੇਂ ਜਗਤਾਰ ਸਿੰਘ ਜੀ ਨੇ ਦੱਸਿਆ ਗਿਆ ਵੀ ਲੜਾਈ ਹੈ ਜਿਹੜੀ ਉਹ ਜਥੇਬੰਦੀ ਲੜੂਗੀ, ਫੈਸਲਾ ਪਰਿਵਾਰ ਕਰਨਗੇ, ਇੱਥੇ ਪੱਕੇ ਮੋਰਚੇ ਲੱਗਣਗੇ। ਜੇ ਧੱਕੇ ਨਾਲ ਠੇਕੇਦਾਰ ਵੜਦੇ ਨੇ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ, ਨਾ ਵੜਨ ਦੇਵਾਂਗੇ। ਠੇਕੇਦਾਰਾਂ ਨੂੰ ਵੀ ਚੇਤਾਵਨੀ ਹੈ, ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ। ਮਤ ਭੁੱਲੇ ਕਿਉਂ ਜਥੇਬੰਦੀ ਬਾਰੇ ਤਰੀਕੇ ਨਾਲ ਜਾਣਦੇ ਨੇ।
ਧੱਕਾ ਕਰਕੇ ਜਾਣੀ ਕਿ ਗੱਲ ਨਹੀਂ ਪੁੱਗਣੀ, ਇਹਨਾਂ ਨਾਲ ਬਹਿ ਕੇ ਗੱਲ ਮੁਕਾਉਣੀ ਚਾਹੀਦੀ ਹੈ। ਜਿਵੇਂ 30 ਤਰੀਕ ਦਿੱਤੀ ਤੀ, ਅੱਜ ਦੇ ਦਿਨ ਪੈਸੇ ਪੈਣੇ ਚਾਹੀਦੇ ਆ। ਬਹੁਤ ਵੱਡਾ ਧੱਕਾ ਜਿਹੜੀਆਂ ਸਰਕਾਰਾਂ ਮਤਲਬ ਦਾਅਵਾ ਕਰਦੀਆਂ ਨੇ ਵੀ ਅਸੀਂ ਐਂ ਕਰ ਦਿਆਂਗੇ, ਇਹ ਤਾਂ ਉਲਟ ਸਾਡੀਆਂ ਜ਼ਮੀਨਾਂ ਖੋਰੀਆਂ ਨੇ ਸਾਡੇ ਲਈ, ਕੀ ਕਰ ਦੇਣਗੇ। ਇਸ ਕਰਕੇ ਇਹਦੇ ਵਿੱਚ ਜਿਹੜਾ ਹੁਣ ਇਹ ਸੈਸ਼ਨ ਦੇ ਵਿੱਚ ਇਹਨਾਂ ਨੇ ਗੱਲ ਕਿਉਂ ਨਹੀਂ ਪਾਈ ਇਹ ਵੀ ਜਿਹੜਾ ਰੋਡ ਨਿਕਲ ਰਿਹਾ, ਰੋਡ ਦਾ ਰੌਲਾ ਪੈ ਰਿਹਾ, ਇੱਕ ਪਾਸੇ ਲਾਠੀ ਚਾਰਜ ਕਰ ਰਹੇ ਹਾਂ, ਅਸੀਂ ਕਿਤੇ ਨਹੀਂ ਹੋਣ ਦਿੰਦੇ। ਪੂਰਨ ਤੌਰ ਤੇ ਜਿੰਨਾ ਮਾਮਜਾ ਮਿਲਦਾ ਹੈ, ਜਿਹੜਾ ਪਿਛਲੇ ਪਿੰਡਾਂ ਨੂੰ ਪਿਆ ਉਹੀ ਅਗਲੇ ਪਿੰਡਾਂ ਨੂੰ ਦੇਵਾਂਗੇ। ਅਗਲੇ ਪਿੰਡਾਂ ਦੀ ਵੀ ਜ਼ਮੀਨ ਹੈ, ਉੱਥੇ ਕੋਈ ਜਿੱਥੇ 92 ਲੱਖ ਰੁਪਈਆ ਪਿਆ ਹੈ, ਉਹ ਸਾਡੀ ਕਿਸਾਨ ਨੇ, ਪਰ ਉੱਥੇ ਕੋਈ ਮਤਲਬ ਅੱਡ ਕੋਈ ਖਾਂਡ ਥੋੜੀ ਨਿਕਲੀ ਹੈ ਵੀ ਉੱਥੇ ਸਿਉਨੇ ਦੀਆਂ ਖਾਂਡਾਂ ਸੀਗੀਆਂ, ਗਾਂ ਵਾਲੇ 'ਚ ਹੈ ਨਹੀਂ। ਇਸ ਕਰਕੇ ਜ਼ਮੀਨ ਇੱਕ ਹੈ, ਇੱਕੋ ਜੀ ਜ਼ਮੀਨ ਹੈ, ਜ਼ਮੀਨ ਦੀ ਕੋਈ ਕੀਮਤ ਨਹੀਂ। ਅਮਨ ਜੀ, ਜੇ 5 ਕਰੋੜ ਰੁਪਏ ਵੀ ਸਾਨੂੰ ਇਸ ਜ਼ਮੀਨ ਦਾ ਦੇਣ, ਅਸੀਂ ਤਾਂ ਜਦੋਂ ਇਹ ਲੜਾਈ ਇਹਨਾਂ ਨੇ ਸ਼ੁਰੂ ਕਰੀ ਹੈ, ਅਸੀਂ ਉਦੋਂ ਲੋਕਾਂ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਇਹ ਰੋਡ ਬਣਨ ਨਾ ਦਿਓ। ਜਾਣੀ ਕਿ ਚਲੋ ਫਿਰ ਵੀ ਲੋਕ ਸਰਕਾਰਾਂ ਨੇ ਚਾਰੇ ਪਾਸਿਓਂ ਘੁੱਟ ਰੱਖੇ ਨੇ, ਲੋਕਾਂ ਦੀਆਂ ਕਮਜ਼ੋਰੀਆਂ ਨੇ, ਕਰਜ਼ੇ ਥੱਲੇ ਦਬੇ ਹੋਏ ਨੇ। ਉਹਨਾਂ ਨੇ ਕਿਹਾ ਵੀ ਕੁਛ ਨਾ ਕੁਛ ਚਲੋ ਜੇ ਰੋਡ ਨਿਕਲਦਾ ਸਰਕਾਰ ਕੱਢਦੀ ਹੈ, ਸਾਨੂੰ ਕੁਛ ਨਾ ਕੁਛ ਪੈਸੇ ਮਿਲ ਜਾਣਗੇ, ਅਸੀਂ ਆਸੇ-ਪਾਸੇ ਜ਼ਮੀਨਾਂ ਖਰੀਦ ਲਾਂਗੇ। ਉਹ ਜਾਣੀ ਕਿ ਅੱਜ ਵੀ ਇਹ ਜ਼ਮੀਨ ਦਾ ਜਿਹੜਾ ਰੇਟ ਹੈ, ਇੱਥੇ ਆਮ ਜ਼ਮੀਨ ਦਾ ਜੇ ਕੋਈ ਕਿੱਲਾ ਖਰੀਦਦਾ ਤਾਂ 35 ਲੱਖ ਰੁਪਈਆ 30 ਨਾਲੇ ਘਰਾਚੋਂ ਜੀ ਗੱਲ ਹੋ ਰਿਹਾ, ਚਲੋ ਡਿਵੈਲਪਮੈਂਟ ਲਾਈਏ ਜੀ, ਰੋਡ ਨਿਕਲਣੇ ਚੱਲਦੇ ਆ ਰਹੇ ਨੇ, ਆਬਾਦੀ ਵੱਧ ਰਹੀ ਆ, ਸਿਸਟਮ ਚੱਲਦੇ ਨੇ, ਪਰ ਗੱਲ ਉਹੀ ਤੁਹਾਡੇ ਵਾਲੀ ਆ ਜਾਂਦੀ ਆ ਵੀ ਜਦੋਂ ਕੋਈ ਜ਼ਮੀਨ ਲੈਣੀ ਆ ਸਰਕਾਰ ਨੇ ਤਾਂ ਮਨਮਰਜ਼ੀ ਦੇ ਰੇਟ ਦੇਣੇ ਚਾਹੀਦੇ ਨੇ ਕਿਸਾਨਾਂ ਨੂੰ ਕਿਤੇ ਨਾ ਕਿਤੇ। ਜਿਹੜਾ ਮਨਮਰਜ਼ੀ ਦੇ ਰੇਟ ਤਾਂ ਐਂ ਕਰਦੇ ਨੇ ਜਿਹੜੇ ਇਹਨਾਂ ਨੇ ਪੈਸੇ ਦੇਣੇ ਨੇ। ਇਹਦੇ ਵਿੱਚ ਸਾਰਾ ਮਹਿਕਮਾ ਜਿਹੜਾ ਪੂਰਾ ਇਨਵੋਲਵ ਹੁੰਦਾ ਹੈ, ਜਿਵੇਂ SDM ਹੋ ਗਏ, ਹੋਰ ਜਿੰਨਾ ਮਹਿਕਮਾ ਹੈ, ਜਿੰਨੇ ਪੈਸੇ ਇਹਨਾਂ ਨੂੰ ਇੱਥੇ ਕੱਢ ਕੇ ਦੇਣੇ ਨੇ। ਠੇਕੇਦਾਰਾਂ ਨੇ ਆਪਦੇ ਪੱਲਿਓਂ ਨਹੀਂ ਦੇਣੇ। ਉਹ ਕਹਿੰਦੇ ਅਸੀਂ ਜ਼ਮੀਨਾਂ 'ਚੋਂ ਹੀ ਪੈਸੇ ਕੱਢ ਕੇ ਤੁਸੀਂ ਚੁੱਪ ਰਹਿਣਾ। ਇੱਥੇ ਦਾ DC ਕਿਉਂ ਨਹੀਂ ਬੋਲਦਾ? ਇੱਥੇ ਦਾ DC ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਵੀ ਅਸੀਂ ਜ਼ਮੀਨ 'ਚ ਪੈਰ ਨਹੀਂ ਧਰਨ ਦਿੰਦੇ, ਇੱਥੇ ਦੇ DC ਦੀ ਕਹਿਣੀ ਬਣਦੀ ਹੈ ਗੱਲ, ਤਾਂ ਇੱਥੇ ਦੇ SDM ਦੀ ਕਹਿਣੀ ਬਣਦੀ ਹੈ। ਉਹਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇ ਵੀ ਇੱਥੋਂ ਲੈ ਕੇ ਇੱਥੇ ਤੱਕ ਕਿਸੇ ਦਾ ਮੈਂ ਟਰਾਲਾ ਨਹੀਂ ਚੱਲਣ ਦੇਵਾਂਗਾ, ਟਰਾਲੇ ਤੁਹਾਡੇ ਕਰੂੰਗਾ ਬੰਦ, ਨਹੀਂ ਇਹਨਾਂ ਦੇ ਪੈਸੇ ਪਾਓ। ਇਹ ਗੱਲ ਕਿਉਂ ਨਹੀਂ ਕਹਿੰਦਾ DC? ਕਿਉਂ DCਆਂ ਦੇ ਮੂੰਹਾਂ ਤੇ ਸ਼ਕਲੀਆਂ ਚਾੜੀਆਂ ਹੋਈਆਂ ਨੇ। ਉਹ ਪੈਸੇ ਨਾਲ ਨੇ, ਚਾਹੇ ਉਹ ਜ਼ੋਰ ਨਾਲ ਨੇ। ਜਾਣੀ ਕਿ ਪੂਰਨ ਤੌਰ ਤੇ ਜਾਲ ਹੈ ਜਿਹੜਾ ਠੇਕੇਦਾਰਾਂ ਦਾ, ਅਯੋਗਪਤੀਆਂ ਦਾ ਜਾਲ ਜਿਹਨੂੰ ਕਹਿ ਦਈਏ ਆਪਾਂ, ਭਾਰਤ ਦੇ ਅੰਦਰ ਕੰਮ ਕਰ ਰਿਹਾ ਹੈ। ਜਿਹੜੇ ਅੱਜ ਫੌਜ ਕਨੀ ਵੀ ਪੈ ਗਏ, ਅੱਜ ਸਾਰੇ ਕਾਸੇ ਕਨੀ ਪਏ ਹੋਏ ਨੇ। ਅਸੀਂ ਅੱਜ ਤੋਂ ਕਈ ਸਾਲ ਪਹਿਲਾਂ ਬੋਲਦੇ ਰਹੇ ਵੀ ਲੋਕੋ ਸਾਰਾ ਕੁਝ ਖੋਣਗੇ, ਤੁਸੀਂ ਉੱਠ ਖੜੋ। ਜਿੰਨਾ ਤੱਕ ਲੋਕ ਡਾਂਗ ਨਹੀਂ ਚੱਕਦੇ ਉਹਨਾਂ ਤੱਕ ਸਰਕਾਰਾਂ ਕਦੇ ਵਾਪਸ ਨਹੀਂ ਮੁੜਦੀਆਂ। ਅੱਜ ਇੱਥੇ ਡਾਂਗ ਲੈ ਕੇ ਖੜਾਂਗੇ, ਇਹਨਾਂ ਨੂੰ ਪੂਰਾ ਮੁਆਵਜ਼ਾ ਦਵਾਵਾਂਗੇ। ਬਿਲਕੁਲ ਜੀ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਜੰਮੂ ਕਟੜਾ ਸੰਘਰਸ਼ ਕਮੇਟੀ ਆ ਦੋਵੇਂ ਇਕੱਠੇ ਹੋਏ ਨੇ ਅਤੇ ਕਿਹਾ ਕਿ ਜੰਮੂ ਕਟੜਾ ਸੰਘਰਸ਼ ਕਮੇਟੀ ਨੇ ਪਹਿਲਾਂ ਵੀ ਕਿਹਾ ਸੀ ਕਿ ਰੇਟ ਸਾਨੂੰ ਬਹੁਤ ਘੱਟ ਦੇ ਰਹੀ ਆ ਸਰਕਾਰ, ਪਰ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਸੀ, ਕਾਂਗਰਸ ਦੀ ਸਰਕਾਰ ਦੀ ਸਹਿਮਤੀ ਹੋਈ ਆ ਤੇ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ। ਦੁਬਾਰਾ ਅੰਦੋਲਨ ਸ਼ੁਰੂ ਹੋ ਚੁੱਕਿਆ ਕਿ ਕਿਸੇ ਨੂੰ 92 ਲੱਖ ਕਿੱਲੇ ਏਕੜ ਦਾ ਮਿਲ ਰਿਹਾ, ਕਿਸੇ ਨੂੰ 70 ਲੱਖ ਤੇ ਸਾਨੂੰ 19 ਲੱਖ ਰੁਪਏ ਪਰ ਏਕੜ ਦਾ ਸਰਕਾਰ ਦੇ ਰਹੀ ਆ, ਜੋ ਸ਼ਰੇਆਮ ਧੱਕੇਸ਼ਾਹੀ ਆ। ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇੱਥੇ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ ਕਿ ਅਸੀਂ ਜੰਮੂ ਕਟੜਾ ਸੰਘਰਸ਼ ਕਮੇਟੀ ਦੇ ਨਾਲ ਆ ਤੇ ਜਿਹੜੇ ਕਿਸਾਨਾਂ ਦਾ ਜ਼ਮੀਨ ਰੋਡਾਂ ਦੇ ਵਿੱਚ ਆਉਂਦੀ ਆ ਉਹਨਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਕੈਮਰਾਮੈਨ ਸੰਜੀਵ ਝਨੇੜੀ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।